ਪੰਜਾਬੀ ਰੇਡੀਓ 'ਤੇ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪਾਨਾ ਜੀ। ਪੁੱਛਾਂਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ, ਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਰਣਵੀਰ ਸਿੰਘ ਰਾਣਾ, ਸਤਨਾਮ ਸਿੰਘ ਜੀ, ਸੁਰਿੰਦਰ ਸਿੰਘ ਚੌਹਾਨ ਬੇਕਰਸਫੀਲਡ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizzatwist.com। 10% ਆਫ ਲੈਣ ਲਈ ਇਹਨਾਂ ਦਾ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਈਸੜੂ ਪਿੰਡ ਦੇ ਵਿੱਚ ਸਿਆਸੀ ਕਾਨਫਰੰਸਾਂ ਹੋਣੀਆਂ ਸੀਗੀਆਂ, ਉਹ ਕਿਸ ਤਰ੍ਹਾਂ ਰਹੀਆਂ? ਹੋਈਆਂ ਜੀ, ਜਿਹੜਾ ਇਹ ਗੋਆ ਦੇ ਸ਼ਹੀਦ ਨੇ ਜੀ ਕਰਨੈਲ ਸਿੰਘ ਈਸੜੂ, ਉਹਨਾਂ ਦੀ ਯਾਦ ਦੇ ਵਿੱਚ ਜਦੋਂ ਆਪਾਂ ਖੰਨਿਓ ਮਲੇਰਕੋਟਲੇ ਨੂੰ ਜਾਈਏ ਤੇ ਰਸਤੇ ਦੇ ਵਿੱਚ ਪਿੰਡ ਜਿਹੜਾ ਜੀ ਪੈਂਦਾ, ਕਸਬਾ ਕਾਫੀ ਵੱਡਾ ਹੁੰਦਾ, ਉੱਥੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਜੀ ਇਹ ਮੇਲਾ ਲੱਗਦਾ। ਉਹਨਾਂ ਦੇ ਪਿੰਡ ਵਾਲੇ, ਇਲਾਕੇ ਵਾਲੇ ਜਿਹੜੇ ਆ ਜੀ, ਉਹਨਾਂ ਨੂੰ ਹਰ ਵਾਰੇ ਯਾਦ ਕਰਦੇ ਆ। ਤੇ ਇਹ ਇੱਕ ਟ੍ਰੈਡੀਸ਼ਨ ਜਿਹੜਾ ਜੀ ਉਹ ਬਣਿਆ ਹੋਇਆ ਪਿਛਲੇ ਕੁਛ ਸਮੇਂ ਤੋਂ, ਕਿਉਂਕਿ ਜਿੱਥੇ ਇਕੱਠ ਹੁੰਦੇ ਆ ਉੱਥੇ ਫਿਰ ਸਿਆਸੀ ਲੋਕ ਜਿਹੜੇ ਉਹ ਆਪਣੀਆਂ ਕਾਨਫਰੰਸਾਂ ਲੈ ਕੇ ਪਹੁੰਚ ਜਾਂਦੇ ਆ। ਪਿਛਲੇ ਸਾਲਾਂ ਤੋਂ ਇਹ ਇੱਕ ਟ੍ਰੈਡੀਸ਼ਨ ਜਿਹੜਾ ਜੀ ਉਹ ਰਿਹਾ ਕਿ ਉੱਥੇ ਸਿਆਸੀ ਕਾਨਫਰੰਸਾਂ 15 ਅਗਸਤ ਵਾਲੇ ਦਿਨ ਹੁੰਦੀਆਂ ਨੇ। ਕਾਂਗਰਸ ਨੇ ਇੱਥੇ ਆਪਣੀ ਸਿਆਸੀ ਕਾਨਫਰੰਸ ਜਿਹੜੀ ਉਹ ਲਾਈ। ਐਲਾਨ ਕੀਤਾ ਗਿਆ ਸੀਗਾ, ਜਿਹੜੇ ਹੋਰਡਿੰਗਸ ਲਾਏ ਗਏ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਹੁਰੀ ਇੱਥੇ ਪਹੁੰਚ ਰਹੇ ਨੇ। ਇਹਦੀ ਕਾਫੀ ਤਿਆਰੀ ਵੀ ਜਿਹੜੀ ਹਲਕੇ ਦੇ, ਇਲਾਕੇ ਦੇ ਜਿਹੜੇ ਲੀਡਰ ਨੇ ਉਹਨਾਂ ਨੇ, ਪਰ ਤਕਰੀਬਨ ਸਵਾ ਕੁ ਸਾਲ ਬਾਅਦ ਦੇ ਵਿੱਚ ਜੋ ਕੁਛ ਤਰ੍ਹਾਂ ਦਾ ਇੱਥੇ ਹੋਇਆ, ਲਾਸਟ ਮਿੰਟ ਦੇ ਉੱਤੇ ਸੁਨੇਹਾ ਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਹ ਫੇਰੀ ਜਿਹੜੀ ਆ ਉਹ ਰੱਦ ਹੋ ਗਈ ਆ। ਇਹਦੇ ਨਾਲ ਜਿਹੜੇ ਕਾਂਗਰਸੀ ਆਗੂ ਸੀਗੇ ਜੀ, ਉਹਨਾਂ ਦੇ ਚਿਹਰੇ ਜਿਹੜੇ ਉਤਰੇ। ਪਰ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਜਿਹੜੇ ਸੀਗੇ ਜੀ, ਉਹ ਮੇਨ ਬੁਲਾਰੇ ਇੱਥੇ ਇਸ ਕਾਨਫਰੰਸ ਦੇ ਵਿੱਚ ਰਹੇ। ਉਹਨਾਂ ਨੇ ਜਿੱਥੇ ਕੇਂਦਰ ਦੀ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ, ਨਾਲ ਦੀ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਉੱਤੇ ਵੀ ਨਿਸ਼ਾਨੇ ਲਾਏ ਤੇ ਆਮ ਆਦਮੀ ਪਾਰਟੀ ਨੂੰ ਵੀ ਰਗੜੇ ਜਿਹੜੇ ਸੀ ਉਹ ਲਾਏ। ਦੂਸਰੀ ਜਿਹੜੀ ਕਾਨਫਰੰਸ ਸੀ ਜੀ, ਉਹ ਅਕਾਲੀ ਦਲ ਦੀ ਸੀਗੀ। ਅਕਾਲੀ ਦਲ ਦੀ ਜਿਹੜੀ ਕਾਂਗਰਸ ਸੀ, ਉਹ ਤੁਸੀਂ ਕਹਿ ਲਓ ਕਿ ਬੁਝੀ ਹੋਈ ਕਾਨਫਰੰਸ ਜਿਹੜੀ ਉਹ ਕਹੀ ਜਾ ਸਕਦੀ ਆ। ਸ਼ਾਇਦ ਕਿਤੇ ਨਾ ਕਿਤੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਆਈ ਰਿਪੋਰਟ ਦੇ ਮਾਮਲੇ ਦੇ ਵਿੱਚ ਜਿਵੇਂ ਅਕਾਲੀ ਦਲ ਦੇ ਆਗੂ ਜਿਹੜੇ ਦੀ ਉਹ ਘਿਰੇ ਹੋਏ ਆ, ਉਹਦਾ ਸਾਇਆ ਇਹਨਾਂ ਦੀ ਕਾਨਫਰੰਸ ਦੇ ਵਿੱਚ ਵੇਖਣ ਨੂੰ ਜਿਹੜਾ ਦੀ ਉਹ ਮਿਲ ਰਿਹਾ ਸੀਗਾ। ਸੁਖਬੀਰ ਸਿੰਘ ਬਾਦਲ ਹੋਰੀ ਮੁੱਖ ਬੁਲਾਰੇ ਸੀ। ਉਹਨਾਂ ਇਹ ਗੱਲ ਆਖੀ ਕਿ ਜਿੰਨੀਆਂ ਪੰਜਾਬ 'ਚ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ, ਪ੍ਰਕਾਸ਼ ਸਿੰਘ ਬਾਦਲ ਹੋਰੀ ਕਦੀ ਉਹ ਮਿਸ ਨਹੀਂ ਸਨ ਕਰਦੇ, ਮੁੱਖ ਮੰਤਰੀ ਹੁੰਦੇ ਆ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਸੇ ਸਿਆਸੀ ਕਾਨਫਰੰਸ ਦੇ ਵਿੱਚ ਜਾਂਦੇ ਹੀ ਨਹੀਂ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੋ ਕੁਝ 10 ਸਾਲ ਅਸੀਂ ਕੀਤਾ, ਉਹਨਾਂ ਸਾਰਿਆਂ ਦੇ ਉੱਤੇ ਪੋਚਾ ਕਾਂਗਰਸ ਦੀ ਸਰਕਾਰ ਜਿਹੜੀ ਉਹ ਫੇਰ ਰਹੀ ਆ। ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸੀਗਾ ਜੀ, ਉਹਨਾਂ ਨੇ ਵੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਇੱਥੇ ਕਾਨਫਰੰਸ ਜਿਹੜੀ ਸੀ ਉਹ ਕੀਤੀ। ਆਮ ਆਦਮੀ ਪਾਰਟੀ ਨੇ ਕਾਨਫਰੰਸ ਜਿਹੜੀ ਉਹ ਰੱਦ ਕਰ ਦਿੱਤੀ ਸੀਗੀ। ਪਿਛਲੇ ਸਾਲ ਜਿਹੜੀ ਸੀ ਜੀ ਕਾਨਫਰੰਸ ਇਸ ਜਗ੍ਹਾ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਸੀ, ਜਦੋਂ ਅਜੇ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਦੀ ਉਦੋਂ ਜਿਹੜਾ ਦੀ 2 ਸਾਲ ਪਹਿਲਾਂ ਜਿਹੜਾ ਜੀ, ਔਰ ਉਹ ਉਦੋਂ ਬਾਅਦ ਜਿਹੜਾ ਦੀ ਐਤਕੀ ਜਿੰਨਾ ਖਿਲਾਰਾ ਇਹਨਾਂ ਦਾ ਆਪਸ ਦੇ ਵਿੱਚ ਪਿਆ ਜੀ, ਉਹਨੂੰ ਕਰਕੇ ਇਹ ਰੱਦ ਕਰ ਦਿੱਤੀ ਗਈ ਸੀ। ਉਂਝ ਵੈਸੇ ਭਗਵੰਤ ਮਾਨ ਹੋਰੀ ਆਪਣੇ ਸਮਰਥਕਾਂ ਦੇ ਨਾਲ ਜਿਹੜਾ ਜੀ ਉਹ ਕਰਨੈਲ ਸਿੰਘ ਈਸੜੂ ਹੋਰਾਂ ਦੇ ਬੁੱਤ ਦੇ ਕੋਲ ਜਿਹੜਾ ਪਹੁੰਚੇ ਔਰ ਉੱਥੇ ਉਹਨਾਂ ਨੇ ਸ਼ਰਧਾਂਜਲੀ ਭੇਟ ਕੀਤੀ, ਜਦੋਂ ਕਿ ਜਿਹੜਾ ਬਾਗੀ ਧੜਾ ਉਹਦੀ ਅਗਵਾਈ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਨੇ ਕੀਤੀ, ਉਹ ਵੀ ਇੱਥੇ ਜਿਹੜਾ ਜੀ ਈਸੜੂ ਦੇ ਵਿੱਚ ਪਹੁੰਚੇ। ਬੇਸ਼ੱਕ ਉਹਨਾਂ ਨੇ ਇੱਕ ਸਟੇਜ ਜਿਹੜੀ ਅਜੀ ਉਹ ਲਾਈ ਹੋਈ ਸੀ, ਪਰ ਕਾਨਫਰੰਸ ਦਾ ਐਲਾਨ ਉਹਨਾਂ ਨੇ ਵੀ ਨਹੀਂ ਸੀ ਕੀਤਾ। ਜਿੰਨੇ ਇੱਕ ਜਾਣੇ ਉਹ ਗਏ, ਉਹਨਾਂ ਨੇ ਉੱਥੇ ਜਿਹੜਾ ਜੀ ਇਸ ਜਿਹੜੀ ਸਟੇਜ ਛੋਟੀ ਜਿਹੀ ਲਾਈ ਹੋਈ ਸੀ, ਉਹਦੇ ਉੱਤੇ ਖੜ ਕੇ ਤਕਰੀਰਾਂ ਕੀਤੀਆਂ, ਪਰ ਕਾਨਫਰੰਸ ਇਹਨੂੰ ਨਾਮ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹਨਾਂ ਨੇ ਆਪ ਹੀ ਇਹ ਕਿਹਾ ਸੀਗਾ ਕਿ ਕਾਨਫਰੰਸ ਉਹ ਵੀ ਨਹੀਂ ਕਰਨਗੇ ਜੀ। ਵੈਸੇ ਤਾਂ ਧਾਰਮਿਕ ਥਾਵਾਂ ਤੇ ਜਾਂ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਵੈਸੇ ਤਾਂ ਨਹੀਂ ਚਾਹੀਦੀਆਂ, ਚਲੋ, ਪਰ ਪੋਲੀਟੀਸ਼ਨਾਂ ਨੇ ਉੱਥੇ ਲਾਉਣੀਆਂ ਜ਼ਰੂਰ ਹੁੰਦੀਆਂ। ਅੱਗੇ ਅਟਲ ਬਿਹਾਰੀ ਵਾਜਪੇਈ ਦੀ ਜੇ ਗੱਲ ਕਰੀਏ ਤੇ ਕਾਫੀ ਟਾਈਮ ਤੋਂ ਉਹਨਾਂ ਦੀ ਸਿਹਤ ਖਰਾਬ ਆ, ਹੁਣ ਕਹਿੰਦੇ ਕਾਫੀ ਵਿਗੜੀ ਹੋਈ ਦਾ, ਵੈਂਟੀਲੇਟਰ ਤੇ ਆ। ਦੇਖੋ ਜੀ, ਏਮਜ਼ ਜਿਹੜਾ ਹੈ ਜੀ ਉੱਥੇ ਭਰਤੀ ਕਰਵਾਇਆ ਗਿਆ। ਸਾਬਕਾ ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਦੇ
ਫਲੈਕਸੀਬਲ ਆਗੂ ਵਜੋਂ ਜਿਹੜਾ ਜੀ ਉਹ ਜਾਣੇ ਜਾਂਦੇ, ਜਿਨ੍ਹਾਂ ਨੇ ਇੰਨੀਆਂ ਪਾਰਟੀਆਂ ਦੇ ਨਾਲ ਸਰਕਾਰ ਜਿਹੜੀ ਉਹ ਚਲਾ ਲਈ ਸੀਗੀ। ਉਹਨਾਂ ਨੂੰ ਏਮਸ ਦੇ ਵਿੱਚ ਜਿਹੜਾ ਜੀ ਇੱਕ ਵਾਰੀ ਫੇਰ ਸਾਹ ਦੀ ਤਕਲੀਫ ਜਿਹੜੀ ਆ ਉਹ ਵਜ੍ਹਾ ਕਰਕੇ ਦਾਖਲ ਕਰਵਾਇਆ ਗਿਆ। ਉੱਥੇ ਉਹਨਾਂ ਨੂੰ ਵੈਂਟੀਲੇਟਰ ਸਿਸਟਮ ਦੇ ਉੱਤੇ ਜਿਹੜੀ ਨਕਲੀ ਸਾਹ ਪ੍ਰਣਾਲੀ ਆ ਉਹਦੇ ਉੱਤੇ ਜਿਹੜਾ ਜੀ ਉਹ ਰੱਖਿਆ ਗਿਆ। ਏਮਸ ਜਿਹੜਾ ਸੀਗਾ ਜੀ ਉਹਨੇ ਰਾਤ ਇੱਕ ਬੁਲੇਟਿਨ ਜਿਹੜਾ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਜੀ ਉਹ ਕ੍ਰਿਟੀਕਲ ਕੰਡੀਸ਼ਨ ਹੈ। ਪੀਯੂਸ਼ ਗੋਇਲ, ਸੁਰੇਸ਼ ਪ੍ਰਭੂ, ਹਰਸ਼ਵਰਧਨ, ਜਤਿੰਦਰ ਸਿੰਘ ਵਰਗੇ ਜਿਹੜੇ ਆਗੂ ਸੀਗੇ ਜੀ ਉਹ ਪਹੁੰਚੇ ਦੇਰ ਸ਼ਾਮ। ਜਿਹੜਾ ਸੀ ਪ੍ਰਧਾਨ ਮੰਤਰੀ ਵੀ ਉਹਨਾਂ ਦਾ ਹਾਲ ਚਾਲ ਜਾਣਨ ਦੇ ਵਾਸਤੇ ਹਸਪੀਟਲ ਪਹੁੰਚੇ। ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਰਾਸ਼ਟਰਪਤੀ ਜਿਹੜਾ ਜੀ ਉਹ ਅਰਲੀ ਮਾਰਨਿੰਗ ਪਹੁੰਚੇ ਆ ਉਹਨਾਂ ਦਾ ਹਾਲ ਚਾਲ ਜਿਹੜਾ ਉਹ ਜਾਣਨ ਦੇ ਵਾਸਤੇ। ਅਜੇ ਜਿਹੜਾ ਏਮਸ ਹੈ ਉਹਨੇ ਆਪਣਾ ਜਿਹੜਾ ਬੁਲੇਟਿਨ ਹੈ ਉਹਨਾਂ ਦੀ ਸਿਹਤ ਦੇ ਸੰਬੰਧੀ ਜਾਰੀ ਕਰਨਾ। ਕਦੋਂ ਕਰਦੇ ਆ ਇਹਦਾ ਅਜੇ ਕੁਛ ਨਹੀਂ ਜਿਹੜਾ ਜੀ ਉਹ ਪਤਾ, ਪਰ ਨੇੜਲੇ ਸੂਤਰ ਜਿਹੜੇ ਆ ਜੀ ਉਹ ਇਹ ਕਹੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਹਾਲਤ ਜਿਹੜੀ ਆ ਜੀ ਉਹ ਬੇਹੱਦ ਗੰਭੀਰ ਬਣੀ ਹੋਈ ਆ। ਉਹਨਾਂ ਨੂੰ ਨਕਲੀ ਸਾਹ ਪ੍ਰਣਾਲੀ ਦੇ ਰਾਹੀਂ ਸਾਹ ਜਿਹੜਾ ਉਹ ਦਿੱਤਾ ਜਾ ਰਿਹਾ। 11 ਜੂਨ ਨੂੰ ਵੀ ਉਹਨਾਂ ਨੂੰ ਪਹਿਲਾਂ ਏਮਸ ਦੇ ਵਿੱਚ ਭਰਤੀ ਕੀਤਾ ਗਿਆ ਸੀ। ਉਦੋਂ ਉਹਨਾਂ ਨੂੰ ਯੂਰਿਨ ਇਨਫੈਕਸ਼ਨ ਜਿਹੜੀ ਆ ਜੀ ਉਹ ਦੱਸੀ ਗਈ ਸੀ। ਕੁਝ ਦਿਨ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਘਰੇ ਜਿਹੜਾ ਜੀ ਉਹ ਸ਼ਿਫਟ ਕਰ ਦਿੱਤਾ ਗਿਆ ਸੀਗਾ। ਪਿਛਲੇ ਕੁਝ ਸਾਲਾਂ ਤੋਂ, ਪਿਛਲੇ ਤਕਰੀਬਨ 9 ਸਾਲਾਂ ਤੋਂ ਅਟਲ ਬਿਹਾਰੀ ਵਾਜਪੇਈ ਹੋਰੀ ਜਿਹੜੇ ਆ ਜੀ ਉਹ ਬਿਮਾਰ ਨੇ ਔਰ ਬੈੱਡ ਦੇ ਉੱਤੇ ਨੇ। ਪਿਛਲੇ ਸਾਲਾਂ ਤੋਂ ਉਹ ਨਾ ਕਿਸੇ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕਰਦੇ ਨੇ, ਨਾ ਉਹ ਬੋਲ ਸਕਦੇ ਨੇ। ਸੋ ਉਹ ਲਗਾਤਾਰ ਇਲਾਜ ਜਿਹੜਾ ਜੀ ਉਹਨਾਂ ਦਾ ਘਰ ਦੇ ਵਿੱਚ ਹੀ ਚੱਲ ਰਿਹਾ ਸੀਗਾ। ਜਿਵੇਂ ਰਾਸ਼ਟਰਪਤੀ ਹੋਰੀ ਅਰਲੀ ਮਾਰਨਿੰਗ ਪਹੁੰਚੇ ਆ, ਅਜੇ ਜਿਹੜਾ ਜੀ ਬੁਲੇਟਿਨ ਦੀ ਉਡੀਕ ਹੈ ਤੇ ਏਮਸ ਦੇ ਵੱਲੋਂ ਉਹਨਾਂ ਦੇ ਸਿਹਤ ਸੰਬੰਧੀ ਕੀ ਬੁਲੇਟਿਨ ਜਿਹੜਾ ਉਹ ਜਾਰੀ ਕੀਤਾ। ਬਿਲਕੁਲ ਜੀ, ਬਿਮਾਰ ਵੀ ਕਾਫੀ ਟਾਈਮ ਤੋਂ ਹੈਗੇ ਆ। ਤੇ ਅੱਗੇ ਆਪਾਂ ਕਰਦੇ ਆ ਆਪਣੇ ਆਮ ਆਦਮੀ ਪਾਰਟੀ ਦੀ ਗੱਲ। ਦਿੱਲੀ ਦੇ ਵਿੱਚ ਆਸ਼ੂਤੋਸ਼ ਨੇ ਵੀ ਪਾਰਟੀ ਤੋਂ ਅਸਤੀਫਾ ਦਿੱਤਾ। ਉਹਦੀ ਪੱਤਰਕਾਰਤਾ ਛੱਡ ਕੇ ਜਿਹੜਾ ਜੀ ਇਸ ਪਾਰਟੀ ਦੇ ਵਿੱਚ ਆਏ ਸੀਗੇ ਆਸ਼ੂਤੋਸ਼ ਹੋਰੀ, ਔਰ ਉਹਨਾਂ ਨੇ ਜਿਹੜਾ ਜੀ ਉਦੋਂ ਇੱਕ ਵੱਡੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਕਿਉਂਕਿ ਉਹ ਇੱਕ ਪ੍ਰਮੁੱਖ ਨਿਊਜ਼ ਚੈਨਲ ਦੇ ਐਡੀਟੋਰੀਅਲ ਬੋਰਡ ਦੇ ਵਿੱਚ ਸੀਗੇ। ਸਿਆਸਤ ਦੇ ਵਿੱਚ ਆਉਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਦੇ ਵਿੱਚ ਗਿਣੇ ਜਾਂਦੇ ਸਨ। ਔਰ ਜਦੋਂ ਪਾਰਟੀ ਦੇ ਉੱਤੇ ਮੁਸੀਬਤ ਪਈ ਆ, ਮੁਸੀਬਤ ਤਾਂ ਪੈਂਦੀ ਤਕਰੀਬਨ ਰਹਿੰਦੀ ਆ, ਤੇ ਉਹ ਅਕਸਰ ਪ੍ਰੈਸ ਕਾਨਫਰੰਸ ਦੇ ਵਿੱਚ ਪਾਰਟੀ ਦੇ ਪੱਖ ਦੇ ਵਿੱਚ ਸਵਾਲਾਂ ਦੇ ਜਵਾਬ ਦਿੰਦੇ ਸਨ ਜੀ ਪੱਤਰਕਾਰਾਂ ਨੂੰ। ਖੁਦ ਉਹ ਪੱਤਰਕਾਰ ਜਿਹੜਾ ਜੀ ਉਹ ਰਹੇ ਨੇ। ਪਿਛਲੇ ਕੋਈ ਮਹੀਨੇ ਕੁ ਤੋਂ ਆਸ਼ੂਤੋਸ਼ ਹੋਰੀ ਇਹਨਾਂ ਪ੍ਰੈਸ ਕਾਨਫਰੰਸਾਂ ਦੇ ਵਿੱਚੋਂ ਗਾਇਬ ਸਨ। ਉਹ ਪ੍ਰੈਸ ਕਾਨਫਰੰਸਾਂ ਦੇ ਵਿੱਚ ਨਹੀਂ ਸਨ ਬੈਠਦੇ। ਇੱਕਦਮ ਉਹਨਾਂ ਨੇ ਆਪਣੇ ਟਵਿੱਟਰ ਦੇ ਰਾਹੀਂ ਜਿਹੜਾ ਜੀ ਉਹ ਸੁਨੇਹਾ ਦਿੱਤਾ। ਇਹ ਕਿਹਾ ਕਿ ਮੇਰਾ ਜਿਹੜਾ ਸਫ਼ਰ ਆਮ ਆਦਮੀ ਪਾਰਟੀ ਦੇ ਨਾਲ ਸੀਗਾ ਮੈਂ ਉਹਨੂੰ ਖਤਮ ਕਰ ਰਿਹਾ। ਔਰ ਉਹਨਾਂ ਕਿਹਾ ਕਿ ਮੈਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ, ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ ਤੇ ਇਹ PAC ਨੂੰ ਭੇਜ ਦਿੱਤਾ। ਉਹਨਾਂ ਨੂੰ ਇਹ ਗੱਲ ਕਹੀ ਆ ਕਿ ਉਹ ਮੇਰਾ ਅਸਤੀਫਾ ਮਨਜ਼ੂਰ ਕਰ ਲੈਣ। ਇਹ ਵੀ ਉਹਨਾਂ ਨੇ ਲਿਖਿਆ ਕਿ ਇਹ ਮੇਰਾ ਬਹੁਤ ਜਿਹੜਾ ਜੀ ਨਿੱਜੀ ਕਾਰਨ ਹੈ ਅਸਤੀਫਾ ਦੇਣ ਤੋਂ। ਉਹਨਾਂ ਨੇ ਪੱਤਰਕਾਰਾਂ ਨੂੰ ਵੀ ਜਿਹੜੀ ਜੀ ਇੱਕ ਅਪੀਲ ਕੀਤੀ ਕਿ ਮੇਰਾ ਜਿਹੜਾ ਇਹ ਨਿੱਜੀ ਕਾਰਨ ਜਿਹੜਾ ਉਹ ਸਮਝਦੇ ਹੋਏ ਮੈਨੂੰ ਹੋਰ ਸਵਾਲ ਇਸ ਅਸਤੀਫੇ ਦੇ ਸੰਬੰਧੀ ਨਾ ਕੀਤੇ ਜਾਣ। ਇਹ ਉਹਨਾਂ ਨੇ ਜਿਹੜਾ ਸੀਗਾ ਜੀ ਉਹ ਟਵੀਟ ਕੀਤਾ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਨੇ ਉਹਨਾਂ ਦੇ ਟਵੀਟ ਦੇ ਉੱਤੇ ਜਿਹੜਾ ਸੀਗਾ ਜੀ ਉਹ ਰੀਟਵੀਟ ਕੀਤਾ ਔਰ ਇਹ ਗੱਲ ਕਹੀ ਕਿ ਤੁਹਾਡਾ ਅਸਤੀਫਾ ਕਿਵੇਂ ਮਨਜ਼ੂਰ ਕੀਤਾ ਜਾ ਸਕਦਾ ਹੈ। ਅੱਗੇ ਉਹਨਾਂ ਨੇ ਕੁਐਸਚਨ ਮਾਰਕ ਜਿਹੜਾ ਜੀ ਉਹ ਪਾਇਆ ਤੇ ਨਾਲ ਥੱਲੇ ਲਿਖਿਆ ਕਿ ਇਸ ਜਨਮ ਦੇ ਵਿੱਚ ਤਾਂ ਇਹ ਜਿਹੜਾ ਜੀ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਜਿਹੜਾ ਜੀ ਆਸ਼ੂਤੋਸ਼ ਹੋਰਾਂ ਦਾ ਕੋਈ ਜਿਹੜਾ ਜਵਾਬ ਹੈ ਜਾਂ ਇਸ ਸੰਦਰਭ ਦੇ ਵਿੱਚ ਜਿਹੜਾ ਉਹ ਨਹੀਂ ਆਇਆ। ਨਾ ਪਾਰਟੀ ਦੇ ਤਰਫੋਂ ਕੁਝ ਆਖਿਆ ਗਿਆ, ਨਾ ਆਸ਼ੂਤੋਸ਼ ਹੋਰਾਂ ਦੇ ਵੱਲੋਂ ਜਿਹੜਾ ਜੀ ਕੁਝ ਆਖਿਆ ਗਿਆ ਜੀ। ਸਮਝਿਆ ਜਾਂਦਾ ਹੈ ਕਿ ਆਸ਼ੂਤੋਸ਼ ਹੋਰੀ ਜਿਨ੍ਹਾਂ ਨੇ ਜਿਹੜੀ ਪਿਛਲੀ ਲੋਕ ਸਭਾ ਦੀ ਚੋਣ ਸੀਗੀ ਚਾਂਦਨੀ ਚੌਕ ਤੋਂ ਲੜੀ ਸੀਗੀ, ਜਿੱਥੋਂ ਉਹ BJP ਦੇ ਡਾਕਟਰ ਹਰਸ਼ਵਰਧਨ ਹੋਰਾਂ ਤੋਂ ਹਾਰ ਗਏ ਸਨ। ਆਸ਼ੂਤੋਸ਼ ਹੋਰੀ ਜਿਹੜੇ ਰਾਜ ਸਭਾ ਦੇ ਵਿੱਚ ਜਾਣ ਦੇ ਇੱਛਕ ਸਨ। ਉਹਨਾਂ ਨੇ ਇਹ ਇੱਛਾ ਆਪਣੇ ਅੰਦਰ ਜਿਹੜੀ ਰੱਖੀ। ਜਦੋਂ ਰਾਜ ਸਭਾ ਦੇ ਮੈਂਬਰ ਜਿਹੜੇ ਸੀਗੇ ਜੀ ਉਹ ਆਮ ਆਦਮੀ ਪਾਰਟੀ ਨੇ ਬਣਾਏ ਤੇ ਉਹਨਾਂ ਨੇ ਆਸ਼ੂਤੋਸ਼ ਹੋਰਾਂ ਨੂੰ ਜਿਹੜਾ ਸੀਗਾ ਇੱਕ ਟਾਈਪ ਦੇ ਨਾਲ ਛਾਂਗ ਦਿੱਤਾ ਜਾਂ ਪਾਸੇ ਜਿਹੜਾ ਜੀ ਉਹ ਕਰ ਦਿੱਤਾ। ਕੁਮਾਰ ਵਿਸ਼ਵਾਸ ਵੀ ਇਹਨਾਂ ਦੇ ਵਿੱਚੋਂ ਇੱਕ ਸੀਗਾ। ਕੁਮਾਰ ਵਿਸ਼ਵਾਸ ਜਿਹੜਾ ਜੀ ਉਹ ਪਾਰਟੀ ਛੱਡ ਗਿਆ ਸੀਗਾ। ਇਹ ਕਿਹਾ ਜਾਂਦਾ ਕਿ ਉਹ ਵੀ ਰਾਜ ਸਭਾ ਦੀ ਸੀਟ ਦੇ ਵਾਸਤੇ ਹੱਕਦਾਰ ਸੀਗਾ।
ਹੁਣ ਇਹ ਨਹੀਂ ਪਤਾ ਜੀ ਕਿ ਰਾਜ ਸਭਾ ਦੀ ਸੀਟ ਨਾ ਮਿਲਣ ਕਰਕੇ ਉਹਨਾਂ ਦੇ ਜਿਹੜਾ ਦੀ ਮਨ ਦੇ ਵਿੱਚ ਇਹਦੀ ਕਿਤੇ ਨਾ ਕਿਤੇ ਤਾਂਘ ਸੀਗੀ, ਜਿਹਦੇ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ। ਹਾਲਾਂਕਿ ਉਹਨਾਂ ਨੇ ਪਰਸਨਲ ਰੀਜ਼ਨ ਜਿਹੜੇ ਆ ਜੀ ਦੱਸੇ ਆ। ਹੁਣ ਉਹ ਆਪਣਾ ਅਸਤੀਫਾ ਵਾਪਸ ਲੈਂਦੇ ਆ ਜਾਂ ਨਹੀਂ ਲੈਂਦੇ ਆ, ਇਹ ਤਾਂ ਸਮਾਂ ਜਿਹੜਾ ਜੀ ਉਹ ਦੱਸੂਗਾ। ਪਰ ਇੰਨਾ ਜ਼ਰੂਰ ਹੈ, ਇਹ ਆਮ ਆਦਮੀ ਪਾਰਟੀ ਦੇ ਵਾਸਤੇ ਇੱਕ ਝਟਕਾ ਸਮਝਿਆ ਜਾ ਸਕਦਾ, ਵੱਡਾ ਝਟਕਾ ਜਿਹੜਾ ਉਹ ਸਮਝਿਆ ਜਾ ਸਕਦਾ ਹੈ। ਇੱਕ ਇੱਕ ਕਰਕੇ ਜਾਂ ਤਾਂ ਉਹਨਾਂ ਨੇ ਕੱਢ ਦਿੱਤੇ ਤੇ ਜਾਂ ਬਹੁਤੇ ਜਿਹੜੇ ਜੀ ਉਹ ਛੱਡਦੇ ਜਾ ਰਹੇ ਜੀ। ਕੁਛ ਤੇ ਹੈ ਜਿਹੜਾ ਇਹ ਹੋ ਰਿਹਾ ਆ। ਤੇ ਅੱਗੇ ਆਪਾਂ ਕੇਰਲਾ ਦੀ ਗੱਲ ਕਰੀਏ, ਉਸ ਦੇ ਵਿੱਚ ਮੀਂਹ ਬਹੁਤ ਕਹਿਰ ਦਾ ਪੈ ਰਿਹਾ ਤੇ ਇੱਕ ਏਅਰਪੋਰਟ ਵੀ ਬੰਦ ਰਿਹਾ। ਕਿਉਂਕਿ ਕੇਰਲਾ ਦੇ ਵਿੱਚ ਮੀਂਹ ਦਾ ਜਿਹੜਾ ਜੀ ਉਹ ਕਹਿਰ ਇੰਨਾ ਜ਼ਿਆਦਾ ਹੈ ਜੀ ਕਿ ਤਕਰੀਬਨ ਜਿਹੜਾ ਕੇਰਲ ਦੇ 14 ਦੇ ਵਿੱਚੋਂ 12 ਡਿਸਟ੍ਰਿਕਟ ਜਿਹੜੇ ਆ ਉਹਦੇ ਵਿੱਚ ਹਾਈ ਅਲਰਟ ਇਸ ਵੇਲੇ ਹੈ। ਔਰ ਪਿਛਲੇ 24 ਘੰਟਿਆਂ ਦੇ ਵਿੱਚ 25 ਮੌਤਾਂ ਜਿਹੜੀਆਂ ਇਸ ਮੀਂਹ ਤੇ ਪਾਣੀ ਦੀ ਵਜ੍ਹਾ ਕਰਕੇ ਜਿਹੜੀਆਂ ਜੀ ਉਹ ਆ ਚੁੱਕੀਆਂ ਹੋਈਆਂ ਨੇ। ਕਿਉਂਕਿ ਜਿਹੜੇ 3 ਡੈਮ ਨੇ ਇੱਥੇ ਉਹਨਾਂ ਦੇ 35 ਜਿਹੜੇ ਗੇਟ ਨੇ ਪਾਣੀ ਰੋਕਣ ਵਾਲੇ ਉਹ ਖੋਲੇ ਗਏ ਆ, ਜਿਹਦੇ ਕਰਕੇ ਕੋਚੀਨ ਏਅਰਪੋਰਟ ਤੇ ਉਹਦੇ ਨੇੜੇ ਤੇੜੇ ਦਾ ਇਲਾਕਾ ਜਿਹੜਾ ਭਰ ਗਿਆ, ਜਿਹਦੇ ਕਰਕੇ 18 ਅਗਸਤ ਤੱਕ ਸਾਰੀਆਂ ਜਿਹੜੀਆਂ ਫਲਾਈਟ ਨੇ ਇੱਥੋਂ ਕੋਚੀਨ ਤੋਂ ਜਿਹੜੀਆਂ ਚੜ੍ਹਨ ਵਾਲੀਆਂ ਦੀ ਉਹ ਰੱਦ ਕਰ ਦਿੱਤੀਆਂ ਗਈਆਂ ਨੇ। ਇਹਦੇ ਸੰਬੰਧੀ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਨੂੰ ਤ੍ਰਿਵੇਂਦਰਮ ਤੇ ਕਾਲੀਕਟ ਏਅਰਪੋਰਟ ਦੇ ਉੱਤੇ ਜਿਹੜਾ ਜੀ ਡਾਈਵਰਟ ਕੀਤਾ ਜਾਊਗਾ। ਮੌਸਮ ਵਿਭਾਗ ਨੇ ਇਹ ਗੱਲ ਜਿਹੜੀ ਕਹੀ ਆ ਕਿ 12 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਅਜੇ ਵੀ ਜਿਹੜਾ ਜੀ ਉਹ ਜਾਰੀ ਆ। ਪਿਛਲੇ 8 ਅਗਸਤ ਤੋਂ ਜਦੋਂ ਤੋਂ ਇਹ ਮੀਂਹ ਪੈ ਰਿਹਾ ਕੇਰਲਾ ਦੇ ਵਿੱਚ ਮੀਂਹ ਤੇ ਢਿੱਗਾਂ ਜਿਹੜੀਆਂ ਉਹ ਡਿੱਗਣ ਕਰਕੇ ਤੇ ਹੜ੍ਹਾਂ ਦੇ ਕਰਕੇ 67 ਲੋਕ ਮਾਰੇ ਜਾ ਚੁੱਕੇ ਆ। ਪਿਛਲੇ 24 ਘੰਟਿਆਂ ਦੇ ਵਿੱਚ 25 ਮੌਤਾਂ ਜਿਹੜੀਆਂ ਜੀ ਉਹ ਹੋਈਆਂ ਨੇ। ਜਿਹੜਾ ਇਹ ਦੱਸਿਆ ਗਿਆ ਉੱਥੋਂ ਦੇ ਮੁੱਖ ਮੰਤਰੀ ਪੀ ਵਿਜੈਨ ਦੇ ਵੱਲੋਂ ਕਿ ਕੇਰਲਾ ਦੇ ਇਤਿਹਾਸ ਦੇ ਵਿੱਚ ਪਹਿਲਾਂ ਏਦਾਂ ਕਦੇ ਵੀ ਜਿਹੜਾ ਜੀ ਉਹ ਨਹੀਂ ਹੋਇਆ। ਵਾਟਰ ਟਰੀਟਮੈਂਟ ਪਲਾਂਟ ਬਰਬਾਦ ਹੋ ਚੁੱਕੇ ਆ। ਲੋਕਾਂ ਨੂੰ ਸਾਫ਼ ਪੀਣ ਦਾ ਪਾਣੀ ਮੁਹੱਈਆ ਕਰਾਉਣਾ ਸਰਕਾਰ ਦੇ ਵਾਸਤੇ ਮੁਸੀਬਤ ਜਿਹੜਾ ਬਣਿਆ ਹੋਇਆ। ਮੀਂਹ ਅਜੇ ਅਗਲੇ 4 ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਪ੍ਰਗਟ ਕੀਤੀ ਗਈ ਆ। ਜਿਹੜੀਆਂ ਢਿੱਗਾਂ ਡਿੱਗੀਆਂ ਨੇ ਇਹਦੇ ਵਿੱਚ ਮੁਨਾਰ ਡਿਸਟ੍ਰਿਕਟ ਹੈਗਾ ਜੀ, ਉੱਥੋਂ ਦਾ ਇੱਕ ਹੋਟਲ ਜਿਹੜਾ ਉਹ ਵੀ ਇਹਦੀ ਲਪੇਟ ਦੇ ਵਿੱਚ ਆ ਗਿਆ। ਉੱਥੇ ਵੀ ਕੁਝ ਮੌਤਾਂ ਹੋਣ ਦੀ ਜਿਹੜੀ ਹੈ ਜੀ ਉਹ ਖਬਰ ਪਤਾ ਲੱਗ ਰਹੀ ਆ। ਮੌਸਮ ਵਿਭਾਗ ਕਹਿੰਦਾ ਕਿ ਅਜੇ ਕਿਸੇ ਕਿਸਮ ਦੀ ਰਾਹਤ ਦੀ ਉਮੀਦ ਜਿਹੜੀ ਆ ਉਹ ਨਹੀਂ ਆ, ਕਿਉਂਕਿ ਡੈਮ ਜਿਹੜੇ ਨੇ ਉਹਨਾਂ ਦੇ ਸਾਰੇ ਗੇਟ ਖੋਲੇ ਹੋਏ ਆ, ਜਿਹਦੇ ਕਰਕੇ ਹੜ੍ਹਾਂ ਦੀ ਸਥਿਤੀ ਦੇ ਉੱਤੇ ਕਾਬੂ ਪਾ ਸਕਣਾ ਅਜੇ ਉਹ ਸੰਭਵ ਜਿਹੜਾ ਜੀ ਉਹ ਨਹੀਂ ਹੈ। ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈ ਜੀ ਉਹ ਇਸ ਵੇਲੇ ਬੋਲ ਰਹੀ ਹੈ, ਕਿਉਂਕਿ ਜਿੰਨੀ ਡਿਵੈਲਪਮੈਂਟ ਕੇਰਲਾ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਹੋਈ ਆ ਤੇ ਜਿਵੇਂ ਉੱਥੋਂ ਦੇ ਬ੍ਰਿਜਸ ਤੇ ਦੂਜੀਆਂ ਚੀਜ਼ਾਂ ਜਿਹੜੀਆਂ ਜੀ ਉਹ ਡਿੱਗੀਆਂ ਨੇ, ਉਹ ਇਉਂ ਲੱਗਦਾ ਜਿਵੇਂ ਰੇਤ ਦੀਆਂ ਬਣੀਆਂ ਹੋਈਆਂ ਹੋਣ। ਜੀ ਤੇ ਅਗਲੀ ਗੱਲ ਕਰਦੇ ਹਾਂ ਕੇਜਰੀਵਾਲ ਤੇ ਜਿਹੜਾ ਕੇਸ ਦਰਜ ਦਿੱਲੀ ਦੇ ਵਿੱਚ ਕਰਨ ਦੀ ਜੇ ਗੱਲ ਕਰੀਏ ਤਾਂ ਉਸ ਕੇਸ ਦਰਜ ਕਰਨ ਦੇ ਲਈ ਉਸਦੇ ਨੇੜਲੇ ਅਫਸਰਾਂ ਨੂੰ ਹਥਿਆਰ ਬਣਾਇਆ। ਜੀ ਬੇਸ਼ੱਕ ਜਿਹੜਾ ਇਸ ਮਾਮਲੇ ਦੇ ਉੱਤੇ ਜਿਹੜੀ ਸੋਮਵਾਰ ਨੂੰ ਪਟਿਆਲੇ ਦੀ ਕੋਰਟ ਨੇ ਇਹ 1533 ਸਫ਼ਿਆਂ ਦੀ ਚਾਰਜ ਸ਼ੀਟ ਜਿਹੜੀ ਜੀ ਉਹ ਦਾਖਲ ਕੀਤੀ, ਜਿਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ 11 ਉਹਨਾਂ ਦੇ ਵਿਧਾਇਕ ਜਿਹੜੇ ਆ ਉਹਨਾਂ ਨੂੰ ਕਥਿਤ ਰੂਪ ਦੇ ਵਿੱਚ ਦੋਸ਼ੀ ਜਿਹੜਾ ਜੀ ਉਹ ਬਣਾਇਆ ਗਿਆ। ਹੁਣ ਪਤਾ ਜਿਹੜਾ ਜੀ ਇਹ ਲੱਗ ਰਿਹਾ ਕਿ ਚੀਫ ਸੈਕਟਰੀ ਦੇ ਕੁੱਟਮਾਰ ਦੇ ਮਾਮਲੇ ਦੇ ਉੱਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੇ 3 ਜਿਹੜੇ ਨੇੜਲੇ ਆਫਿਸਰ ਆ ਉਹਨਾਂ ਨੂੰ ਉਹਨਾਂ ਦੇ ਖਿਲਾਫ ਹਥਿਆਰ ਦੇ ਵਜੋਂ ਪੁਲਿਸ ਜਿਹੜੀ ਆ ਜੀ ਉਹ ਵਰਤ ਰਹੀ ਆ। ਇਹ 3 ਕਰੀਬੀ ਚੀਫ ਮਿਨਿਸਟਰ ਹੋਰਾਂ ਦੇ ਪਰਸਨਲ ਸੈਕਟਰੀ ਵਿਭਵ ਕੁਮਾਰ, ਸਲਾਹਕਾਰ BK ਜੈਨ, ਪੋਲੀਟੀਕਲ ਸੈਕਟਰੀ ਵਿਵੇਕ ਯਾਦਵ ਜਿਹੜਾ ਜੀ ਉਹ ਦੱਸੇ ਗਏ ਆ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਕੁੱਟਮਾਰ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਦੇ 3 ਕਰੀਬੀ ਉਹਨਾਂ ਦੇ ਖਿਲਾਫ ਸਰਕਾਰੀ ਗਵਾਹ ਬਣੇ ਆ। ਇਸ ਮਾਮਲੇ ਦੇ ਉੱਤੇ ਉੱਤਰੀ ਦਿੱਲੀ ਦੇ ਐਡੀਸ਼ਨਲ ਜਿਹੜੇ DCP ਨੇ ਹਰਿੰਦਰ ਸਿੰਘ ਦੇ ਮੁਤਾਬਕ CM ਦੇ ਸਲਾਹਕਾਰ VK ਜੈਨ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਇੱਕ ਸਾਜ਼ਿਸ਼ ਦੇ ਤਹਿਤ ਅਰਵਿੰਦ ਕੇਜਰੀਵਾਲ ਹੋਰਾਂ ਨੇ ਚੀਫ ਸੈਕਟਰੀ ਨੂੰ ਮੀਟਿੰਗ ਦੇ ਵਾਸਤੇ CM ਹਾਊਸ 'ਚ ਬੁਲਾਇਆ। ਉਹਨਾਂ ਨੇ ਕਿਹਾ ਕਿ ਉੱਥੇ ਉਹਦੇ ਨਾਲ ਕੁੱਟਮਾਰ ਕੀਤੀ ਗਈ। VK ਜੈਨ ਦੇ ਬਿਆਨ ਦੇ ਮੁਤਾਬਕ ਉਹਦੇ ਸਾਹਮਣੇ ਚੀਫ ਸੈਕਟਰੀ ਨੂੰ ਕੁੱਟਿਆ ਗਿਆ। ਪੁਲਿਸ ਦੇ ਮੁਤਾਬਕ ਜਦੋਂ VK ਜੈਨ ਨੇ ਦੇਰ ਰਾਤ ਮੀਟਿੰਗ ਬੁਲਾਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਮੋਦੀ ਵੀ ਏਦਾਂ ਹੀ ਕਰਦੇ ਆ, ਇਸ ਕਰਕੇ ਦੇਰ ਰਾਤ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਆ। ਉਧਰ ਵਿਭਵ ਦਾ ਜਿਹੜਾ ਟਵੀਟ ਆ ਉਹਦੇ ਤੋਂ ਕੁਝ ਸਵਾਲ ਜ਼ਰੂਰ ਖੜੇ ਹੋਏ ਆ। ਉਹਨੇ ਕਿਹਾ ਕਿ ਪੁਲਿਸ ਨੇ ਕਿਹੜੇ ਆਧਾਰ ਦੇ ਉੱਤੇ ਉਹਨੂੰ ਗਵਾਹ ਬਣਾਇਆ।
ਜੇ ਇਹ ਮੰਨੀਏ ਤਾਂ ਪਾਰਟੀ ਦੇ ਸਵਾਲਾਂ ਤੋਂ ਬਚਣ ਦੇ ਵਾਸਤੇ ਵਿਭਵ ਨੇ ਇਹ ਟਵੀਟ ਜਿਹੜਾ ਜੀ ਉਹ ਕੀਤਾ ਗਿਆ ਹੋ ਸਕਦਾ ਹੈ। ਦਿੱਲੀ ਪੁਲਿਸ ਦੇ ਵੱਲੋਂ ਇੱਕ ਪਾਸੇ ਵਿਭਵ ਨੂੰ ਗਵਾਹ ਜਿਹੜਾ ਬਣਾਏ ਜਾਣ ਦੀ ਖਬਰ ਜਿਹੜੀ ਆ ਰਹੀ ਆ, ਦੂਜੇ ਪਾਸੇ ਵਿਭਵ ਨੇ 2 ਟਵੀਟ ਕਰਕੇ ਮੋਦੀ ਦੇ ਉੱਤੇ ਨਿਸ਼ਾਨਾ ਜਿਹੜਾ ਜੀ ਉਹ ਸਾਧਿਆ। ਪਹਿਲੇ ਟਵੀਟ ਦੇ ਵਿੱਚ ਉਹਨੇ ਕਿਹਾ ਕਿ ਦਿੱਲੀ ਪੁਲਿਸ ਮੋਦੀ ਹੋਰਾਂ ਦੇ ਇਸ਼ਾਰੇ ਦੇ ਉੱਤੇ ਕੇਜਰੀਵਾਲ ਨੂੰ ਬਦਨਾਮ ਕਰਨ ਦੇ ਵਾਸਤੇ ਝੂਠੇ ਕੇਸ ਦੇ ਵਿੱਚ ਫਸਾਉਣਾ ਚਾਹੁੰਦੀ ਹੈ। ਮੈਨੂੰ ਪੁਲਿਸ ਨੇ ਇਹੀ ਦੱਸਿਆ, ਅਦਾਲਤ ਦੇ ਵਿੱਚ ਵੀ ਮੈਂ ਇਹ ਬੋਲੂਗਾ। ਦੂਜੇ ਟਵੀਟ ਦੇ ਵਿੱਚ ਉਹਨੇ ਕਿਹਾ ਕਿ ਅਜੇ ਤੱਕ ਮੋਦੀ ਹੋਰਾਂ ਨੇ ਜਿੰਨੇ ਕੇਸ ਸਾਡੇ ਖਿਲਾਫ ਕੀਤੇ ਆ ਉਹ ਸਾਰੇ ਕੇਸ ਹਾਰ ਗਏ, ਤੇ ਜੇ ਇਹ ਕੇਸ ਵੀ ਮੋਦੀ ਜੀ ਹਾਰ ਗਏ ਤਾਂ ਦਿੱਲੀ ਦੇ ਲੋਕਾਂ ਤੋਂ ਕੀ ਉਹ ਮੁਆਫੀ ਮੰਗਣਗੇ। ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ ਕਿ ਜਿਨ੍ਹਾਂ ਨੂੰ ਹਥਿਆਰ ਬਣਾਇਆ ਗਿਆ, ਜਿਨ੍ਹਾਂ ਦੀ ਗਵਾਹੀ ਰੱਖੀ ਗਈ ਆ, ਉਹ ਟਵੀਟ ਦੇ ਰੂਪ ਦੇ ਵਿੱਚ ਕੁਝ ਹੋਰ ਜਿਹੜਾ ਜੀ ਕਹਿ ਰਹੇ ਆ, ਜਦੋਂ ਕਿ ਪੁਲਿਸ ਇਹ ਕਹਿੰਦੀ ਆ ਕਿ ਮੇਨ ਗਵਾਹ ਉਹ ਨੇ। ਜੇ ਅਦਾਲਤ ਦੇ ਵਿੱਚ ਜੋ ਟਵੀਟ ਤੇ ਲਿਖ ਰਹੇ ਆ ਉਹ ਜਾ ਕੇ ਕਹਿੰਦੇ ਆ ਤੇ ਇਹ ਕੇਸ ਕਿੱਥੇ ਖੜੂਗਾ ਜੀ? ਕਿਸੇ ਜਗ੍ਹਾ ਤੇ ਨਹੀਂ ਸ਼ਾਇਦ ਕੋਈ ਪਤਾ ਨਹੀਂ ਜੀ, ਉੱਥੇ ਜਾ ਕੇ ਨਾ ਕਿਤੇ ਮੁੱਕਰ ਜਾਣ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ, ਮੁੱਖ ਮੰਤਰੀ ਨੇ ਨਸ਼ਿਆਂ ਦੇ ਮਾਮਲੇ ਵਿੱਚ ਗੂਗਲ ਤੋਂ ਮਦਦ ਮੰਗੀ। ਤੁਹਾਡੀ ਸ਼ਾਇਦ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਗੁਟਕਾ ਲੈ ਕੇ ਸਹੁੰ ਚੁੱਕੀ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਦੋਂ ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਇਸ ਨਸ਼ੇ ਦੀ ਇਹਦੀਆਂ ਜੜ੍ਹਾਂ ਜਿਹੜੀਆਂ ਉਹ ਕਿੱਥੋਂ ਤੱਕ ਜਾ ਚੁੱਕੀਆਂ ਹੋਈਆਂ ਨੇ, ਜਾਂ ਤੁਸੀਂ ਕਹਿ ਲਓ ਕਿ ਜਿਹਨੂੰ ਪੰਜਾਬੀ ਦੇ ਵਿੱਚ ਠੇਠ ਵਰਡ ਦੇ ਵਿੱਚ ਟੱਪਲੀਆਂ ਮਾਰਨਾ ਕਹਿੰਦੇ ਆ, ਉਹ ਆ। ਉਦੋਂ ਉਹਨਾਂ ਨੇ 4 ਹਫ਼ਤਿਆਂ ਦੇ ਵਿੱਚ ਜਿਹੜਾ ਜੀ ਉਹ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ। ਹਾਲਾਂਕਿ ਅੱਜ ਕੱਲ੍ਹ ਉਹਨੂੰ ਜਿਹੜਾ ਜੀ ਏਦਾਂ ਕੋਟ ਕੀਤਾ ਜਾ ਰਿਹਾ ਕਿ ਨਹੀਂ ਖਤਮ ਕਰਨ ਦੀ ਗੱਲ ਨਹੀਂ ਸੀ ਕਹੀ, ਲੱਕ ਤੋੜਨ ਦੀ ਗੱਲ ਕਹੀ। ਜਿਹੜੇ ਕੱਲ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ 15 ਅਗਸਤ ਦੇ ਮੌਕੇ ਦੇ ਉੱਤੇ, ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਕਿ ਲੱਕ ਤੋੜਿਆ ਗਿਆ ਨਸ਼ੇ ਦਾ। ਹੁਣ ਲੱਕ ਤੋੜਨਾ ਤੇ ਖਤਮ ਕਰਨਾ, ਜੇ ਇਹ ਜਿਹੜੇ ਲਫ਼ਜ਼ ਨੇ ਇਹਨਾਂ ਨੂੰ ਖਰੀਦਣਾ ਹੋਵੇ, ਇਹਨਾਂ ਦੀ ਚੀਰ ਫਾੜ ਕਰਨੀ ਹੋਵੇ ਤੇ ਕੋਈ ਵੀ ਮਤਲਬ ਜਿਹੜੇ ਆ ਉਹ ਕੱਢੀ ਚੱਲੋ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਸ਼ਿਆਂ ਨੂੰ ਖਤਮ ਕਰਨ ਦੇ ਵਾਸਤੇ ਜਿਹੜੀ ਆ ਜੀ ਇਹ ਕਿਹਾ ਕਿ ਉਹ ਹਰ ਬਣਦੀ ਕੋਸ਼ਿਸ਼ ਜਿਹੜੀ ਕਰ ਰਹੇ ਆ। 15 ਅਗਸਤ ਦੇ ਮੌਕੇ ਦੇ ਉੱਤੇ STF ਦੀ ਤਾਰੀਫ ਉਹਨਾਂ ਨੇ ਕੀਤੀ ਇੱਕ ਵਾਰੀ ਫੇਰ। ਹਾਲਾਂਕਿ STF ਦੇ ਪਰ ਜਿਹੜੇ ਉਹ ਕੁਤਰੇ ਗਏ ਆ। STF ਦੇ ਵੱਲੋਂ ਸ਼ੁਰੂ ਕੀਤਾ ਗਿਆ ਬੜੀ ਪ੍ਰੋਗਰਾਮ ਜਿਹੜਾ ਸੀਗਾ ਜੀ ਲੁਧਿਆਣੇ ਦੇ ਵਿੱਚ ਉਹਨਾਂ ਨੇ ਜਾਰੀ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਜਿਹੜਾ ਆਈਡੀਅਲ ਰਾਹ ਜਿਹੜਾ ਦਿਖਾਉਣ ਦੇ ਵਾਸਤੇ ਆਨਲਾਈਨ ਮੀਡੀਆ ਦੀ ਮਦਦ ਜਿਹੜੀ ਆ ਜੀ ਉਹ ਮੰਗੀ ਆ। ਇਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਫੇਸਬੁੱਕ ਦੇ ਮਾਲਕ ਜ਼ਕਰਬਰਗ ਤੇ ਗੂਗਲ ਦੇ CEO ਸੁੰਦਰ ਪਿਚਾਈ ਨੂੰ ਚਿੱਠੀ ਜਿਹੜੀ ਆ ਜੀ ਉਹ ਲਿਖੀ ਹੈ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦੋਹਾਂ ਨੂੰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਵਾਸਤੇ ਡਿਜੀਟਲ ਸਹਾਇਤਾ ਦੀ ਜਿਹੜੀ ਆ ਜੀ ਉਹ ਮੰਗ ਕੀਤੀ ਆ। ਅਗਸਤ 9 ਨੂੰ ਇਹ ਜਿਹੜੀ ਚਿੱਠੀ ਆ ਜੀ ਉਹਨਾਂ ਨੂੰ ਲਿਖੀ ਗਈ ਆ। ਇਸੇ ਹੀ ਤਰੀਕ ਨੂੰ ਜਿਹੜੇ ਪਿਚਾਈ ਨੇ ਗੂਗਲ ਦੇ CEO ਉਹਨਾਂ ਨੂੰ ਵੀ ਇਹ ਚਿੱਠੀ ਜਿਹੜੀ ਆ ਜੀ ਉਹ ਲਿਖੀ ਗਈ ਆ। ਇਹਨਾਂ ਦੋਨਾਂ ਤੋਂ ਮੰਗ ਜਿਹੜੀ ਆ ਜੀ ਇਹ ਕੀਤੀ ਗਈ ਆ ਕਿ ਪੰਜਾਬ ਇਸ ਵੇਲੇ ਨਸ਼ੇ ਦੀ ਮਾਰ ਦੇ ਵਿੱਚੋਂ ਲੰਘ ਰਿਹਾ। ਇਹਨਾਂ ਦੋਨਾਂ ਨੂੰ ਇਹ ਗੱਲ ਆਖੀ ਗਈ ਆ ਕਿਉਂਕਿ ਨਵੀਂ ਪੀੜ੍ਹੀ ਜਿਹੜੀ ਆ ਇਹਨਾਂ 2 ਚੀਜ਼ਾਂ ਦਾ ਇਸਤੇਮਾਲ ਵੱਡੇ ਪੱਧਰ ਦੇ ਉੱਤੇ ਕਰਦੀ ਆ, ਜਿਹਦੇ ਕਰਕੇ ਇਹਨਾਂ ਤੋਂ ਮਦਦ ਜਿਹੜੀ ਆ ਜੀ ਉਹ ਮੰਗੀ ਗਈ ਆ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਪੰਜਾਬ ਦੀ ਜਿਹੜੀ ਆ ਜੀ ਉਹ ਮਦਦ ਕਰੋ। ਜਿਸ ਬੰਦੇ ਨੇ ਸਿਰਿੰਜ ਲਾ ਲਈ, ਜਿਹੜਾ ਨਸ਼ਾ ਜਿਹੜਾ ਜੀ ਉਹ ਲੈ ਕੇ ਲੋਟ-ਪੋਟ ਹੋ ਗਿਆ, ਨਾ ਉਹ ਫੇਸਬੁੱਕ ਤੇ ਜਾਊਗਾ ਨਾ ਉਹ ਗੂਗਲ ਦੀ ਕੋਈ ਮਦਦ ਲਊਗਾ। ਜੇ ਫੇਸਬੁੱਕ ਤੇ ਜਾਂਦਾ ਹੋਵੇ ਜਾਂ ਗੂਗਲ ਦੀ ਮਦਦ ਲੈਂਦਾ ਹੋਵੇ ਤੇ ਕਮ ਸੇ ਕਮ ਉਹ ਕੁਛ ਨਾ ਕੁਛ ਚੱਜ ਦਾ ਜ਼ਰੂਰ ਜਿਹੜਾ ਜੀ ਉਹ ਪੜ੍ਹਦਾ ਹੋ ਸਕਦਾ ਆ। ਪਰ ਖੈਰ ਮੁੱਖ ਮੰਤਰੀ ਸਾਹਿਬ ਨੇ ਮਦਦ ਮੰਗੀ ਆ, ਲੈਟਸ ਸੀ ਉਹ ਕਿਹੋ ਜੀ ਉਹਨਾਂ ਦਾ ਅੱਗੋਂ ਜਵਾਬ ਜਿਹੜਾ ਜੀ ਆਉਂਦਾ। 9 ਤਰੀਕ ਦੀ ਇਹ ਚਿੱਠੀ ਲਿਖੀ ਹੋਈ ਆ, ਅਜੇ ਤੱਕ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਆਇਆ। ਔਰ ਫੇਸਬੁੱਕ ਤੇ ਗੂਗਲ ਜਿਹੜੇ ਆ ਉਹ ਕੀ ਮਦਦ ਕਰ ਸਕਦੇ, ਇਹਦੇ ਲਈ ਤਾਂ ਅਜੇ ਉਡੀਕਣਾ ਹੀ ਪਊਗਾ। ਹਾਂਜੀ ਬਿਲਕੁਲ। ਦੇਖੋ ਕੌਣ ਲਿਖੂਗਾ ਮੈਂ ਨਸ਼ਾ ਖਾਂਦਾ ਆ, ਕੌਣ, ਜੇ ਉਹ ਨਸ਼ਾ ਵਾਕਈ ਤੁਹਾਡੀ ਗੱਲ ਸੱਚ ਆ, ਜੇ ਉਹ ਨਸ਼ਾ ਲੈਂਦੇ ਹੋਣ ਤੇ ਜੋ ਕੁਛ ਹੋਇਆ ਆ ਉਹਨੂੰ ਦੇਖ ਕੇ ਜ਼ਰੂਰ ਸੁਧਰ ਗਏ ਹੋਣਗੇ। ਬਹੁਤ ਬਹੁਤ ਧੰਨਵਾਦ ਹੈ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।